4 ਮਹੀਨੇ ਪਹਿਲਾਂ ਤਕਰੀਬਨ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਜੋ ਭਾਰਤ ਸਰਕਾਰ ਦੇ ਰਿਕਾਰਡ ਦੇ ਹਿਸਾਬ ਨਾਲ ਇੱਕ ਕਥਿਤ ਅੱਤਵਾਦੀ ਹੈ। ਪਹਿਲਾਂ ਇਸ ਮਾਮਲੇ ਤੇ ਵੀ ਪੋਲੀਟੀਕਲ ਪ੍ਰੈਸ਼ਰ ਹੋ ਸਕਦਾ ਕਿ ਪਹਿਲਾਂ ਕਹਿੰਦੇ ਨੇ ਵੀ ਭਾਰਤ ਦਾ ਹੱਥ ਆ, ਬਾਅਦ ਦੇ ਵਿੱਚ ਜਦੋਂ ਅਮਰੀਕਾ ਵਿੱਚ ਆਉਂਦਾ, ਹੋਰ ਦੇਸ਼ ਵਿੱਚ ਆਉਂਦੇ ਨੇ, ਚਰਚਾ ਵੱਡੇ ਪੱਧਰ ਤੇ ਛਿੜ ਜਾਂਦੀ ਹੈ ਇਸ ਚੀਜ਼ ਨੂੰ ਲੈ ਕੇ, ਫਿਰ ਬਿਆਨ ਆਉਂਦੇ ਨੇ ਵੀ ਭਾਰਤ ਜਿਹੜਾ ਕਾਫੀ ਜ਼ਿਆਦਾ ਸਟਰੋਂਗ ਆ, ਭਾਰਤ ਆਰਥਿਕ ਪੱਧਰ ਤੇ ਵੀ ਸਟਰੋਂਗ ਆ, ਅਸੀਂ ਭਾਰਤ ਦੇ ਨਾਲ ਰਿਸ਼ਤੇ ਖਰਾਬ ਨਹੀਂ ਕਰਨਾ ਚਾਹੁੰਦੇ, ਕਿ ਇਹ ਵੀ ਇੱਕ ਪੋਲੀਟੀਕਲ ਪ੍ਰੈਸ਼ਰ ਹੋ ਸਕਦਾ। ਫੋਰਸ ਹੈ ਖਾਲਸਾ ਲਿਬਰੇਸ਼ਨ ਫੋਰਸ, ਉਸ ਨੂੰ ਵੀ ਇੱਕ ਬਲੈਕ ਲਿਸਟਡ ਫੋਰਸ ਦੇ ਤੌਰ ਤੇ ਮੰਨਿਆ ਗਿਆ। ਭਾਰਤ ਸਰਕਾਰ ਦੇ ਹਿਸਾਬ ਨਾਲ ਉਹ ਇੱਕ ਅੱਤਵਾਦੀ ਹੈ। ਬਹੁਤ ਚੀਜ਼ਾਂ ਇਸ ਵਿੱਚ ਇਹ ਵੀ ਆ ਸਕਦੀਆਂ ਕਿ ਕੀ ਜਸਟਿਨ ਟਰੂਡੋ, ਅਸੀਂ ਮੰਨ ਸਕਦੇ ਹਾਂ ਦੂਸਰੀ ਵਾਰ ਬਣੇ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ 2014 ਤੋਂ ਬਾਅਦ, ਇੱਕ ਵਾਰ ਫਿਰ 2019 ਜਦੋਂ ਇਲੈਕਸ਼ਨ ਜਿੱਤੇ ਦੁਬਾਰਾ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠੇ ਨੇ। ਪਰ ਇਸ ਵਾਰ ਵੱਖਰਾ ਕੀ ਹੈ ਕਿ ਉਹਨਾਂ ਦੀ ਜਿਹੜੀ ਪਾਰਟੀ ਹੈ ਲਿਬਰਲ ਪਾਰਟੀ ਆਫ ਕੈਨੇਡਾ, ਉਹਨੂੰ ਸਾਥ ਹੈ, ਉਹਦੇ ਨਾਲ ਮਿਲੀ ਹੋਈ ਹੈ ਪਾਰਟੀ ਨਿਊ ਡੈਮੋਕ੍ਰੈਟਿਕ ਪਾਰਟੀ। ਉਹਨੇ ਭਾਰਤ ਵਰਗੇ ਦੇਸ਼ਾਂ ਦੇ ਡਿਪੈਂਡੈਂਟ ਰਹਿਣਾ, ਇਸ ਕਰਕੇ ਜਸਟਿਨ ਟਰੂਡੋ ਦਾ ਇਹ ਕਹਿਣਾ ਅਸੀਂ ਭਾਰਤ ਨਾਲ ਹਾਲਾਤ ਰਿਸ਼ਤੇ ਖਰਾਬ ਨਹੀਂ ਕਰਨਾ ਚਾਹੁੰਦੇ, ਉਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਹੈ ਕਿ ਉਹਨਾਂ ਨੂੰ ਪਤਾ ਹੈ ਭਵਿੱਖ ਵਿੱਚ ਵੀ ਉਹਨਾਂ ਨੇ ਉਹਨਾਂ ਨਾਲ ਕੰਮ ਲੈਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਖੁਸ਼ਬੂ। ਕੈਨੇਡਾ ਤੇ ਭਾਰਤ ਦਾ ਵਿਵਾਦ ਜਿਵੇਂ ਕਿ ਇੰਟਰਨੈਸ਼ਨਲ ਲੈਵਲ ਤੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ, ਤਾਂ ਇੱਕ ਪਾਸੇ ਟਰੂਡੋ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਭਾਰਤ ਤੇ ਕਿ ਨਿੱਜਰ ਦਾ ਜੋ ਕਤਲ ਹੈ ਉਹ ਭਾਰਤ ਦਾ ਉਸ ਦੇ ਵਿੱਚ ਹੱਥ ਹੈ, ਪਰ ਦੂਜੇ ਪਾਸੇ ਹੁਣ ਇੱਕ ਰਿਪੋਰਟ ਆਈ ਹੈ ਜਿਸ ਨੇ ਕਈ ਹੋਰ ਵੱਡੇ ਸਵਾਲ ਖੜੇ ਕੀਤੇ ਨੇ। ਸੋ ਇਸ ਮਾਮਲੇ ਦੇ ਵਿੱਚ ਵਧੇਰੇ ਗੱਲਬਾਤ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਰਿਸ਼ਭ ਨੇ। ਰਿਸ਼ਭ, ਜਿਸ ਤਰੀਕੇ ਦੇ ਨਾਲ ਇੱਕ ਪਾਸੇ ਇਲਜ਼ਾਮ ਲੱਗਦੇ ਨੇ, ਦੂਜੇ ਪਾਸੇ ਇਹ ਜੋ ਨਵੀਂ ਰਿਪੋਰਟ ਆਈ ਹੈ ਇਸ ਨੇ ਵੱਡੇ ਸਵਾਲ ਖੜੇ ਕੀਤੇ ਨੇ, ਤਾਂ ਕੀ ਲੱਗਦਾ? ਸੋ ਮੈਂ ਚਾਹੂੰਗੀ ਕਿ ਜੋ ਰਿਪੋर्ट ਦੇ ਵਿੱਚ ਖੁਲਾਸੇ ਨੇ ਇੱਕ ਵਾਰ ਪਹਿਲਾਂ ਉਹ ਆਪਾਂ ਡਿਸਕਸ ਕਰ ਲੈਂਦੇ। ਜੀ ਜੀ ਬਿਲकुल ਜੀ देखिए खुशबू जी, ये रिपोर्ट दैनिक भास्कर के हवाले तो सामने आई है। उन्होंने ਕੈਨੇਡੀਅਨ ਪੁਲਿਸ ਫੋਰਸ, ਕੈਨੇਡੀਅਨ ਮਾਊਂਟਡ ਪੁਲਿਸ ਫੋਰਸ ਜਿਹੜੀ ਹੈਗੀ ਹੈ, ਉਹਨਾਂ ਦੇ ਇੱਕ ਆਫੀਸਰ ਨਾਲ ਗੱਲਬਾਤ ਕੀਤੀ। ਆਫੀਸਰ ਦਾ ਨਾਮ ਹੈ ਟਿਮੋਥੀ ਪਿਓਰੈਟੀ ਜੀ। ਉਹ ਪੂਰੀ ਇਸ ਇਨਵੈਸਟੀਗੇਸ਼ਨ ਨੂੰ ਲੀਡ ਕਰ ਰਹੇ ਨੇ ਕਿ ਵਾਕਈ ਨਿੱਜਰ ਦਾ ਕਤਲ ਜਿਸ ਗਰਾਊਂਡਸ ਤੇ ਹੋਇਆ, ਜਾਂ ਕੈਨੇਡੀਅਨ ਸਰਕਾਰ ਜਿਹੜੇ ਗਰਾਊਂਡ ਦੀ ਗੱਲ ਕਰਦੀ ਹੈ, ਤੇ ਉਸ ਮਾਮਲੇ ਵਿੱਚ ਹੁਣ ਭਾਰਤ ਸਰਕਾਰ ਦਾ ਕੀ ਰਵੱਈਆ ਹੈ, ਭਾਰਤ ਸਰਕਾਰ ਇਸ ਮਾਮਲੇ ਵਿੱਚ ਕੀ ਕਹਿੰਦੀ ਹੈ, ਉਹਨਾਂ ਗਰਾਊਂਡਸ ਤੇ ਜਿਹੜੀ ਇਨਵੈਸਟੀਗੇਸ਼ਨ ਨੂੰ ਇਹ ਆਫੀਸਰ ਲੀਡ ਕਰ ਰਹੇ ਨੇ ਜੀ। दैनिक भास्कर ने ਉਹਨਾਂ ਨਾਲ ਗੱਲਬਾਤ ਕੀਤੀ। ਇੱਕ ਰਿਪੋਰਟ ਪੁਆਇੰਟਰਸ ਸਾਹਮਣੇ ਆਏ ਨੇ ਕਿ ਹਾਲੇ ਤੱਕ ਪੁਲਿਸ ਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਵਿੱਚ ਮਿਲਿਆ ਕੀ ਹੈ ਜੀ। ਇਹ ਗੱਲ ਸ਼ੁਰੂਆਤ ਕਰਨ ਤੋਂ ਪਹਿਲਾਂ ਕੁਝ ਚੀਜ਼ਾਂ ਜਾਣਨੀਆਂ ਇਹ ਜ਼ਰੂਰੀ ਨੇ ਕਿ 4 ਮਹੀਨੇ ਪਹਿਲਾਂ ਤਕਰੀਬਨ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਜੋ ਭਾਰਤ ਸਰਕਾਰ ਦੇ ਰਿਕਾਰਡ ਦੇ ਹਿਸਾਬ ਨਾਲ ਇੱਕ ਕਥਿਤ ਅੱਤਵਾਦੀ ਹੈ, ਲੁਧਿਆਣਾ ਸ਼ਿੰਗਾਰ ਸਿਨੇਮਾ ਪੈਲੇਸ ਬਲਾਸਟ ਵਿੱਚ ਉਸ ਦਾ ਹੱਥ ਹੈ, ਜਿਸ ਵਿੱਚ ਉਸ ਦੀ ਇੱਕ ਜਿਹੜੀ ਫੋਰਸ ਹੈ ਖਾਲਸਾ ਲਿਬਰੇਸ਼ਨ ਫੋਰਸ, ਉਸ ਨੂੰ ਵੀ ਇੱਕ ਬਲੈਕ ਲਿਸਟਡ ਫੋਰਸ ਦੇ ਤੌਰ ਤੇ ਮੰਨਿਆ ਗਿਆ। ਭਾਰਤ ਸਰਕਾਰ ਦੇ ਹਿਸਾਬ ਨਾਲ ਉਹ ਇੱਕ ਅੱਤਵਾਦੀ ਹੈ। ਉਸ ਦਾ ਕਤਲ ਹੁੰਦਾ ਅਣਪਛਾਤੇ ਵਿਅਕਤੀਆਂ ਵੱਲੋਂ, ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਇਸ ਮਾਮਲੇ ਵਿੱਚ ਵਰਡਸ ਦਾ ਕਿਸ ਹਿਸਾਬ ਨਾਲ ਮੈਨੀਪੂਲੇਟ ਕਰਦੇ ਨੇ ਕਿ ਇੱਕ ਕੈਨੇਡੀਅਨ ਸਿਟੀਜ਼ਨ ਦੀ ਮੌਤ ਹੋਈ ਹੈ, ਨਾ ਕਿ ਇੱਕ ਕਥਿਤ ਅੱਤਵਾਦੀ ਦੀ, ਜਿਸ ਨੂੰ ਭਾਰਤ ਕਹਿੰਦਾ ਹੈ ਕਿ ਇਹ ਅੱਤਵਾਦੀ ਹੈ। ਇਸ ਦੇ ਖਿਲਾਫ ਕਈ ਕੇਸ ਦਰਜ ਨੇ। ਬਿਲਕੁਲ। ਤੇ ਰਿਸ਼ਭ, ਭਾਰਤ ਕਈ ਵਾਰੀ ਨਿੱਜਰ ਦੇ ਖਿਲਾਫ ਰਿਪੋਰਟਸ ਵੀ ਦੇ ਚੁੱਕਾ, ਕੈਨੇਡਾ ਨੂੰ ਕਈ ਵਾਰ ਦੇ ਚੁੱਕਾ, ਪਰ ਅੱਜ ਤੱਕ ਇਹ ਵੀ ਗੱਲ ਬਾਅਦ ਵਿੱਚ ਸਾਹਮਣੇ ਕਿ 10 ਸਾਲ ਰਿਪੋਰਟ ਭੇਜੀ, ਕੋਈ ਵੀ ਜਵਾਬ ਨਹੀਂ ਦਿੱਤਾ ਗਿਆ, ਪਰ ਹੁਣ ਅਚਾਨਕ ਹੀ ਕਤਲ ਦਾ ਕਹਿ ਦਿੱਤਾ ਵੀ ਭਾਰਤ ਦਾ ਹੱਥ ਹੈ। ਬਹੁਤ ਚੀਜ਼ਾਂ ਇਸ ਵਿੱਚ ਇਹ ਵੀ ਆ ਸਕਦੀਆਂ ਕਿ ਕੀ ਜਸਟਿਨ ਟਰੂਡੋ, ਅਸੀਂ ਮੰਨ ਸਕਦੇ ਹਾਂ ਦੂਸਰੀ ਵਾਰ ਬਣੇ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ 2014 ਤੋਂ ਬਾਅਦ, ਇੱਕ ਵਾਰ ਫਿਰ 2019 ਜਦੋਂ ਇਲੈਕਸ਼ਨ ਜਿੱਤੇ ਦੁਬਾਰਾ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠੇ ਨੇ। ਪਰ ਇਸ ਵਾਰ ਵੱਖਰਾ ਕੀ ਹੈ ਕਿ ਉਹਨਾਂ ਦੀ ਜਿਹੜੀ ਪਾਰਟੀ ਹੈ ਲਿਬਰਲ ਪਾਰਟੀ ਆਫ ਕੈਨੇਡਾ, ਉਹਨੂੰ ਸਾਥ ਹੈ, ਉਹਦੇ ਨਾਲ ਮਿਲੀ ਹੋਈ ਹੈ ਪਾਰਟੀ ਨਿਊ ਡੈਮੋਕ੍ਰੈਟਿਕ ਪਾਰਟੀ, ਜਿਸ ਦੇ ਲੀਡਰ ਨੇ ਜਗਮੀਤ ਸਿੰਘ। ਜਗਮੀਤ ਸਿੰਘ ਬਹੁਤ ਵੱਡਾ ਬ੍ਰਾਂਡ ਹੈ, ਬਹੁਤ ਵੱਡਾ ਨਾਮ ਹੈ ਕੈਨੇਡੀਅਨ ਪੋਲਿਟਿਕਸ ਵਿੱਚ, ਕੈਨੇਡਾ ਵਿੱਚ ਬਹੁਤ ਵੱਡਾ ਨਾਮ ਹੈ। ਉਹ ਵੀ ਉਹਨਾਂ ਲੋਕਾਂ ਦੇ ਸਿੰਪਥਾਈਜ਼ਰਸ ਨੇ ਜਿਹੜੇ ਅਜਿਹੇ ਵੱਖਵਾਦੀ ਸੋਚ ਦਾ ਸਮਰਥਨ ਕਰਦੇ ਨੇ। ਇਸ ਕਰਕੇ ਇਹ ਵੀ ਸੋਚਣਾ ਜ਼ਰੂਰੀ ਹੈ ਕਿ ਕੀ ਜਸਟਿਨ ਟਰੂਡੋ ਨੇ ਪੋਲੀਟੀਕਲ ਪ੍ਰੈਸ਼ਰ ਦੇ ਚਲਦੇ, ਜਾਂ ਉਹਨਾਂ ਦੇ ਜੋ ਦੁਬਾਰਾ ਹੁਣ ਜਦੋਂ 2024 ਚ ਇਲੈਕਸ਼ਨਸ ਹੋਣਗੇ ਕੈਨੇਡਾ ਵਿੱਚ, ਆਪਣੀ ਤੀਸਰੀ ਵਾਰ ਸੈਨੇਟ ਟਰੂਡੋ ਦੀ ਰਹੇ ਤੇ ਉਹਨਾਂ ਵੱਖਵਾਦੀਆਂ ਦਾ ਸਾਥ ਦੇਣ ਲਈ ਉਹਨਾਂ ਨੇ ਬਿਆਨ ਦਿੱਤਾ। ਬਹਰਾਲ ਇਹ ਬਾਅਦ ਦੀਆਂ ਚੀਜ਼ਾਂ ਨੇ, ਪੋਲੀਟੀਕਲ ਪ੍ਰੈਸ਼ਰ ਸੀਗਾ ਜਾਂ ਆਊਟਸਾਈਡ ਵਰਲਡ ਦਾ ਪ੍ਰੈਸ਼ਰ ਸੀਗਾ। ਰਿਸ਼ਭ, ਆਪਾਂ ਪੋਲੀਟੀਕਲ ਪ੍ਰੈਸ਼ਰ ਦੀ ਗੱਲ ਕਰੀਏ ਤਾਂ ਪਹਿਲਾਂ ਇਸ ਮਾਮਲੇ ਤੇ ਵੀ ਪੋਲੀਟੀਕਲ ਪ੍ਰੈਸ਼ਰ ਹੋ ਸਕਦਾ ਕਿ ਪਹਿਲਾਂ ਕਹਿੰਦੇ ਨੇ ਵੀ ਭਾਰਤ ਦਾ ਹੱਥ ਆ, ਬਾਅਦ ਦੇ ਵਿੱਚ ਜਦੋਂ ਅਮਰੀਕਾ ਵਿੱਚ ਆਉਂਦਾ, ਹੋਰ ਦੇਸ਼ ਵਿੱਚ ਆਉਂਦੇ ਨੇ, ਚਰਚਾ
ਵੱਡੇ ਪੱਧਰ ਤੇ ਛਿੜ ਜਾਂਦੀ ਹੈ ਇਸ ਚੀਜ਼ ਨੂੰ ਲੈ ਕੇ, ਫਿਰ ਬਿਆਨ ਆਉਂਦੇ ਨੇ ਵੀ ਭਾਰਤ ਜਿਹੜਾ ਕਾਫੀ ਜ਼ਿਆਦਾ ਸਟਰੋਂਗ ਆ, ਭਾਰਤ ਆਰਥਿਕ ਪੱਧਰ ਤੇ ਵੀ ਸਟਰੋਂਗ ਆ, ਅਸੀਂ ਭਾਰਤ ਦੇ ਨਾਲ ਰਿਸ਼ਤੇ ਖਰਾਬ ਨਹੀਂ ਕਰਨਾ ਚਾਹੁੰਦੇ, ਕਿ ਇਹ ਵੀ ਇੱਕ ਪੋਲੀਟੀਕਲ ਪ੍ਰੈਸ਼ਰ ਹੋ ਸਕਦਾ। ਏਦਾਂ ਚੜ੍ਹਦੇ ਸੂਰਜ ਨੂੰ ਹਰ ਕੋਈ ਸਲਾਮ ਕਰਦਾ, ਹਰ ਕੋਈ ਕਹਿੰਦਾ ਕਿ ਜਿਹੜੀ ਚੀਜ਼ ਫਿਊਚਰ ਜਿਸ ਚੀਜ਼ ਵਿੱਚ ਹੈਗਾ ਉਸ ਚੀਜ਼ ਦੇ ਨਾਲ ਅਸੀਂ ਰਿਸ਼ਤੇ ਵਧੀਆ ਬਣਾ ਕੇ ਰੱਖੀਏ। ਬਿਲਕੁਲ। ਅਮਰੀਕਾ ਦੇ ਅਸੀਂ ਜਾਰਜ ਵਾਸ਼ਿੰਗਟਨ ਬੁਸ਼ ਜਾਂ ਬਿਲ ਕਲਿੰਟਨ ਦੇ ਨਾਲ ਗੱਲ ਕਰੀਏ, ਉਸ ਵੇਲੇ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਨੇ ਵਧੀਆ ਨਹੀਂ ਹੁੰਦੇ ਸਨ, ਪਰ ਹੁਣ ਜਿਹੜਾ ਸਮਾਂ ਹੈ, ਭਾਰਤ ਇੱਕ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਚੁੱਕਾ ਹੈ, ਵਰਲਡਸ 5th ਲਾਰਜੈਸਟ ਇਕਨੋਮੀ, ਤੇ ਆਉਣ ਵਾਲੇ ਸਮੇਂ 'ਚ ਉਹਨੇ ਵਧਣਾ ਹੀ ਹੈ। ਜਿਹੜੇ ਮੁਲਕ ਨੇ ਜਿਨ੍ਹਾਂ ਕੋਲ ਆਪਣਾ ਇਨਫਰਾਸਟ੍ਰਕਚਰ ਘੱਟ ਹੈ, ਵਰਕ ਫੋਰਸ ਘੱਟ ਹੈ, ਲੇਬਰ ਘੱਟ ਹੈ, ਉਹਨੇ ਭਾਰਤ ਵਰਗੇ ਦੇਸ਼ਾਂ ਦੇ ਡਿਪੈਂਡੈਂਟ ਰਹਿਣਾ। ਇਸ ਕਰਕੇ ਜਸਟਿਨ ਟਰੂਡੋ ਦਾ ਇਹ ਕਹਿਣਾ ਅਸੀਂ ਭਾਰਤ ਨਾਲ ਹਾਲਾਤ ਰਿਸ਼ਤੇ ਖਰਾਬ ਨਹੀਂ ਕਰਨਾ ਚਾਹੁੰਦੇ, ਉਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਹੈ ਕਿ ਉਹਨਾਂ ਨੂੰ ਪਤਾ ਹੈ ਭਵਿੱਖ ਵਿੱਚ ਵੀ ਉਹਨਾਂ ਨੇ ਉਹਨਾਂ ਨਾਲ ਕੰਮ ਲੈਣਾ। ਪਰ ਇੱਕ ਪਾਸੇ ਉਹ ਇਹ ਕਹਿ ਰਹੇ ਨੇ ਕਿ ਨਿੱਜਰ ਦੇ ਕਤਲ ਦੀ ਜੋ ਜਾਂਚ ਚੱਲ ਰਹੀ ਹੈ ਉਸ ਦੇ ਵਿੱਚ ਭਾਰਤ ਸਾਥ ਜ਼ਰੂਰ ਦੇਵੇ, ਇੱਕ ਪਾਸੇ ਇਹ ਵੀ ਗੱਲ ਕਹਿੰਦੇ ਨੇ। ਦੇਖੋ ਪਾਰਦਰਸ਼ਤਾ ਦਾ ਹਰ ਕੋਈ ਕਹਿੰਦਾ ਕਿ ਅਗਰ ਦੋਵੇਂ ਪਾਰਟੀਆਂ ਦੀ ਆਪਸ ਵਿੱਚ ਬੈਠ ਕੇ ਗੱਲ ਹੋਵੇਗੀ ਤਾਂ ਹੀ ਇਸ ਮਾਮਲੇ ਦਾ ਸੋਲੂਸ਼ਨ ਨਿਕਲ ਸਕਦਾ, ਪਰ 4 ਮਹੀਨੇ ਹੋ ਗਏ ਨੇ ਕਤਲ ਨੂੰ। ਹੁਣ ਉਸ ਰਿਪੋਰਟ ਦੀ ਗੱਲ ਕਰਦੇ ਹਾਂ, 4 ਮਹੀਨੇ ਅਸੀਂ ਮੰਨ ਸਕਦੇ ਹਾਂ ਕਿ ਕਤਲ ਹੈ ਜਾਂ ਫਿਰ ਕਿਸੇ ਹੋਰ ਆਊਟਸਾਈਡ ਵਰਲਡ ਦੀ ਇੰਟਰਫੇਰੈਂਸ ਸੀਗੀ, ਹਲੇ ਇਸ ਚੀਜ਼ ਤੇ ਮੋਹਰ ਨਹੀਂ ਲੱਗੀ ਹੈ ਕਿ ਪਰ ਉਹ ਗੈਂਗ ਵਾਰ ਦਾ ਐਂਗਲ ਵੀ ਇਸ ਦੇ ਵਿੱਚ ਜਾਂਚ ਕਰ ਰਹੇ ਨੇ, ਕਿਉਂਕਿ ਇਹ ਵੀ ਕਿਹਾ ਜਾ ਰਿਹਾ ਜੋ ਮਤਲਬ ਹੈ ਕਿ ਜੇਕਰ ਖਤਰਾ ਮਤਲਬ ਕਿਸੇ ਵੱਡੇ ਰੈਂਕ ਵਾਲੇ ਬੰਦੇ ਤੋਂ ਹੁੰਦਾ ਤਾਂ ਜੋ ਇਨਪੁਟਸ ਮਿਲੀਆਂ ਸੀਗੀਆਂ ਕਿ ਨਿੱਜਰ ਨੂੰ ਖਤਰਾ ਹੈ, ਤਾਂ ਉਹਦੇ ਤੇ ਵੱਡੇ ਲੈਵਲ ਤੇ ਪੁਲਿਸ ਕਾਰਵਾਈ ਵੀ ਕਰਦੀ, ਜਾਂਚ ਕਰਦੀ, ਨਿੱਜਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ, ਪਰ ਸਿਰਫ ਦੱਸਿਆ ਗਿਆ ਕਿ ਖਤਰੇ ਦੀ ਗੱਲ ਹੈ ਤਾਂ ਪੁਲਿਸ ਨੂੰ ਲੱਗਿਆ ਕਿ ਗੈਂਗ ਵਾਰ ਹੋ ਸਕਦਾ, ਆਪਣੇ ਹੀ ਜਿਹੜੇ ਓਪੋਨੈਂਟ ਨੇ ਉਹਨਾਂ ਤੇ ਆਪਸ ਦੇ ਵਿੱਚ ਉਹਨਾਂ ਦੇ ਹੋ ਸਕਦੀ ਹੈ। ਬਿਲਕੁਲ, ਤੇ ਇਸ ਚੀਜ਼ ਨੂੰ ਲੈ ਕੇ ਪੁਲਿਸ ਹਲੇ ਤੱਕ ਇਹੀ ਕਹਿ ਰਹੀ ਹੈ ਕਿ ਗੈਂਗ ਵਾਰ ਵੀ ਹੋ ਸਕਦਾ। ਬਿਲਕੁਲ, ਆ ਦੇਖੋ ਜਿਹੜੇ ਮੇਨ ਉਹਨਾਂ ਦੇ ਲੀਡਿੰਗ ਆਫੀਸਰ ਨੇ, ਇਨਵੈਸਟੀਗੇਸ਼ਨ ਆਫੀਸਰ ਨੇ, ਜਦੋਂ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਕੁਝ ਮੇਨ ਕੀ ਪੁਆਇੰਟਸ ਦਿੱਤੇ। ਪਹਿਲਾ ਕੀ ਪੁਆਇੰਟ ਇਹ ਕਹਿੰਦਾ ਕਿ ਪ੍ਰੋਫੈਸ਼ਨਲ ਪ੍ਰੋਬਲਮ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦਾ ਕੋਈ ਵੱਡੇ ਰੈਂਕ ਦੇ ਲੀਡਰ ਨੇ, ਹੋ ਸਕਦਾ ਹਰਦੀਪ ਸਿੰਘ ਨਿੱਜਰ ਕਿਸੇ ਵੱਡੇ ਰੈਂਕ ਦੇ ਲੀਡਰ ਵਿੱਚ ਦੀ ਅੱਖ ਵਿੱਚ ਖਟਕ ਰਹੇ ਹੋਣ, ਬਿਲਕੁਲ ਹੁੰਦਾ ਕਈ ਵਾਰ, ਉਹਨਾਂ ਨੂੰ ਹਟਾਉਣਾ ਚਾਹੁੰਦੇ ਹੋਣ ਰਸਤੇ ਤੋਂ, ਜਿਸ ਕਰਕੇ ਕਿਸੇ ਪੋਲੀਟੀਕਲ ਪ੍ਰੈਸ਼ਰ ਦੇ ਚੱਲਦਾ ਜਾਂ ਫਿਰ ਕੋਈ ਵੱਡੇ ਲੀਡਰ ਨੇ ਹੋ ਸਕਦਾ ਸੁਪਾਰੀ ਦਿੱਤੀ ਹੋਵੇ ਜਾਂ ਕਿਸ ਨੂੰ ਕਿਹਾ ਹੋਵੇ। ਇਸ ਮਾਮਲੇ ਵਿੱਚ ਵੀ ਉਹ ਜਿਹੜੇ ਲੀਡਿੰਗ ਇਨਵੈਸਟੀਗੇਸ਼ਨ ਆਫੀਸਰ ਨੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਸੀਂ ਇਸ ਐਂਗਲ ਦੇ ਥਰੂ ਵੀ ਜਾਂਚ ਕਰ ਰਹੇ ਹਾਂ। ਇੱਕ ਦੂਸਰੀ ਜਿਹੜੀ ਰਿਪੋਰਟ ਹੈ ਕਿ ਇੰਡੀਅਨ ਡੈਲੀਗੇਟਸ, ਸਿਰਫ ਇੰਡੀਅਨ ਡੈਲੀਗੇਟਸ ਦੀ ਗੱਲ ਨਹੀਂ ਹੈ, ਕਿਸੇ ਵੀ ਮੁਲਕ ਵਿੱਚ ਜਦੋਂ ਦੂਜੇ ਮੁਲਕ ਦੇ ਡਿਪਲੋਮੈਟਸ ਹੁੰਦੇ ਨੇ ਉਹਨਾਂ ਦੀ ਫੋਨ ਕਾਲ, ਉਹਨਾਂ ਦੀ ਸਾਰੀ ਸਰਵੇਲੈਂਸ ਹੁੰਦੀ ਹੈ ਕਿ ਇਹ ਫੋਰਨ ਸੋਇਲ ਤੇ ਬੈਠ ਕੇ ਉਸ ਮੁਲਕ ਦੇ ਬਾਰੇ ਅੱਗ ਨਾ ਉਗਲ ਰਹੇ ਹੋਣ। ਇਸ ਕਰਕੇ ਇੰਡੀਅਨ ਡੈਲੀਗੇਟਸ ਜਦੋਂ ਕੈਨੇਡਾ ਵਿੱਚ ਸੀਗੇ ਉਹਨਾਂ ਦੀ ਪੂਰੀ ਸਰਵੇਲੈਂਸ ਹੁੰਦੀ ਸੀ, ਕਿਹੜੀਆਂ ਫੋਨ ਕਾਲਸ ਕਰ ਰਹੇ ਨੇ, ਕਿਹੜੇ ਲੋਕਾਂ ਨੂੰ ਮਿਲ ਰਹੇ ਨੇ। ਉਸ ਸਰਵੇਲੈਂਸ ਦੇ ਥਰੂ ਵੀ ਕੈਨੇਡੀਅਨ ਪੁਲਿਸ ਨੂੰ ਨਾ ਹੀ ਕੋਈ ਵੀਡੀਓ ਰਿਕਾਰਡਿੰਗ, ਨਾ ਹੀ ਕੁਝ ਅਜਿਹੇ ਕਿਸੇ ਸ਼ਖਸ ਨਾਲ ਉਹਨਾਂ ਦਾ ਮਿਲਣਾ, ਕੁਝ ਨਹੀਂ ਮਿਲਿਆ ਜਿਸ ਕਰਕੇ ਕਹਿ ਸਕੇ ਕਿ ਹਾਂਜੀ ਇਸ ਮਾਮਲੇ ਵਿੱਚ ਇੰਡੀਅਨ ਡੈਲੀਗੇਟਸ ਦਾ ਹੱਥ ਹੋ ਸਕਦਾ ਹੈ। ਤੇ ਤੀਸਰੀ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਕਿ ਹਾਲੇ ਤੱਕ ਜਿਹੜੀ ਜਿਸ ਜਗ੍ਹਾ ਤੇ ਕਤਲ ਹੋਇਆ ਜਾਂ ਗੋਲੀਆਂ ਮਾਰੀਆਂ ਗਈਆਂ ਉਸ ਜਗ੍ਹਾ ਦੇ ਆਸ-ਪਾਸ ਦੀ ਹਰ ਸੀਸੀਟੀਵੀ ਫੁਟੇਜ ਖੰਗਾਲੀ ਗਈ ਹੈ। ਬਿਲਕੁਲ, ਉਹਨਾਂ ਲੋਕਾਂ ਦਾ ਕਿੱਥੇ ਉਹ ਲੋਕੀ ਆਏ, ਕਿੱਥੇ ਗਏ, ਕਿਉਂਕਿ ਅਸੀਂ ਗੱਲ ਕਰਦੇ ਹਾਂ ਕਿ ਭਾਰਤ ਸਰਕਾਰ ਜਾਂ ਭਾਰਤ ਦਾ ਜੋ ਜੁਡੀਸ਼ੀਅਲ ਸਿਸਟਮ ਹੈ ਸਲੋ ਹੈ। ਸਲੋ ਇਸ ਲਈ ਹੈ ਕਿਉਂਕਿ 140 ਕਰੋੜ ਲੋਕ ਨੇ, 150 ਕਰੋੜ 1.5 ਬਿਲੀਅਨ ਪੋਪੂਲੇਸ਼ਨ ਹੈ, ਉਹਨਾਂ ਦਾ ਪਤਾ ਲਗਾਉਣਾ ਜ਼ਰੂਰ ਮੁਸ਼ਕਿਲ ਹੈ। ਪਰ ਉੱਥੇ ਕੈਨੇਡਾ ਜਿੱਥੇ ਮੁੱਠੀ ਭਰ ਲੋਕ ਨੇ ਉਹਨਾਂ ਵਿੱਚੋਂ ਇਹਨਾਂ ਲੋਕਾਂ ਦਾ ਲੱਭਣਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਹਰ ਜਗ੍ਹਾ ਤੇ ਕੈਮਰੇਜ਼ ਮੌਜੂਦ ਨੇ, ਉਹ ਟ੍ਰੇਲ ਫੋਲੋ ਕਰਕੇ ਗੱਡੀ ਕਿੱਥੋਂ ਆਈ, ਗੱਡੀ ਕਿੱਥੇ ਗਈ, ਉਹ ਲੋਕਾਂ ਨੇ ਜੇਕਰ ਡਰੈਸ ਬਦਲੀ ਵੀ ਹੈ, ਜਿਹੜੀ ਅਟਾਇਰ ਵਿੱਚੋਂ ਆਏ ਸੀਗੇ ਉਸ ਅਟਾਇਰ ਨਾਲ ਕੀ ਕੀਤਾ, ਉਹ ਚੀਜ਼ ਕੈਨੇਡੀਅਨ ਪੁਲਿਸ ਬੜੀ ਆਸਾਨੀ ਨਾਲ ਪਤਾ ਲਗਾ ਸਕਦੀ ਹੈ। ਪਰ ਰਿਸ਼ਭ, ਇੱਕ ਸਵਾਲ ਇਹ ਵੀ ਖੜਾ ਹੁੰਦਾ ਕਿ ਨਿੱਜਰ ਦੇ ਕਤਲ ਕਾਫੀ ਜ਼ਿਆਦਾ ਹਾਈ ਲੈਵਲ ਤੇ ਮਤਲਬ ਚਰਚਾਈ ਦੀ ਛਿੜ ਰਹੀ ਸੀ, ਸੀਸੀਟੀਵੀ ਪਹਿਲਾਂ ਨਹੀਂ ਮਿਲੀ ਜਦੋਂ ਇੰਡੀਆ ਦਾ ਨਾਮ ਸਾਹਮਣੇ ਆਇਆ, ਉਸ ਤੋਂ ਬਾਅਦ ਸੀਸੀਟੀਵੀ ਸਾਹਮਣੇ ਆਈ ਔਰ ਸੀਸੀਟੀਵੀ ਪੁਲਿਸ ਨੇ ਨਹੀਂ ਦੱਸੀ, ਉਹ ਇੱਕ ਰਿਪੋਰਟ ਦੇ ਵਿੱਚ ਇੱਕ ਕਹਿ ਲੋ ਮੈਗਜ਼ੀਨ ਨੇ ਛਾਪਿਆ, ਆਰਟੀਕਲ ਅਮਰੀਕਾ ਦਾ ਬਹੁਤ ਵੱਡਾ ਅਖਬਾਰ ਹੈ ਦ ਵਾਸ਼ਿੰਗਟਨ ਪੋਸਟ, ਉਹਨਾਂ ਨੇ ਮਤਲਬ ਛਾਪਿਆ ਸੀਗਾ ਕਿ ਕੈਨੇਡੀਅਨ ਦੀ ਪੁਲਿਸ ਕੋਲ, ਕੈਨੇਡੀਅਨ ਪੁਲਿਸ ਕੋਲ ਸੀਸੀਟੀਵੀ ਹੈ ਉਸ ਫੁਟੇਜ ਦੀ, ਪਰ ਉਹ ਹਲੇ ਤੱਕ ਦੇਖੋ ਰਿਲੀਜ਼ ਨਹੀਂ ਕੀਤੀ ਗਈ ਸੀਸੀਟੀਵੀ। ਔਰ ਕਹਿੰਦੇ 90 ਸੈਕਿੰਡਸ ਦੀ ਸੀਸੀਟੀਵੀ, ਉਹਦੇ ਵਿੱਚ ਇਹ ਆਂਦਾ ਕਿ ਨਿੱਜਰ ਦੇ ਕੋਲ ਉਹ ਬੰਦੇ ਆਂਦੇ ਨੇ, ਦੋ ਪਹਿਲਾਂ ਖੜੇ ਹੁੰਦੇ ਨੇ, ਫਿਰ ਕੱਪੜੇ ਚੇਂਜ ਹੁੰਦੇ ਨੇ, ਉਹ ਸਾਰਾ ਕੁਝ ਔਰ ਉਸ ਏਰੀਆ ਦੇ ਵਿੱਚ ਹੁੰਦਾ ਜਿੱਥੇ ਨਿੱਜਰ ਰੋਜ਼ਾਨਾ ਜਾਂਦੇ ਸੀ, ਆਲੇ ਦੁਆਲੇ ਲੋਕ ਵੀ ਹੁੰਦੇ ਸੀ, ਪਰ ਹਲੇ ਤੱਕ ਉਸ ਸੀਸੀਟੀਵੀ ਦਾ ਪਤਾ ਨਹੀਂ ਚੱਲਿਆ। ਤੇ ਦੂਜੇ ਪਾਸੇ ਪੁਲਿਸ ਕਹਿ ਰਹੀ ਹੈ ਜੀ ਸਾਡੇ ਕੋਲ ਕੋਈ ਵੀ ਸਬੂਤ ਨਹੀਂ ਹੈਗਾ, ਅਸੀਂ ਹਰ ਐਂਗਲ ਤੋਂ ਜਾਂਚ ਕਰ ਰਹੇ ਹਾਂ। ਤੇ ਜੇਕਰ ਗੱਲ ਕੀਤੀ ਜਾਏ ਗੈਂਗ ਵਾਰ ਦੀ, ਪਰ ਇਹ ਪਹਿਲਾਂ ਤੋਂ ਹੀ ਅਤਵਾਦੀ ਨੇ, ਪਰ ਨਿੱਜਰ ਦੀ ਗੱਲ ਹੋਵੇ ਅਰਸ਼ ਡੱਲਾ ਦੇ ਬੇਹਦ ਨੇੜੇ ਤਾਂ ਸੀ, ਨਜ਼ਦੀਕੀ ਸੀ, ਗੋਲਡੀ ਬਰਾੜ ਦੇ ਨਾਲ ਮਤਲਬ ਕਾਫੀ ਜ਼ਿਆਦਾ ਲਿੰਕ ਸੀ। ਗੈਂਗ ਵਾਰਸ ਜਿਸ ਤਰੀਕੇ ਨਾਲ ਪੰਜਾਬ 'ਚ ਹੋ ਰਹੀਆਂ ਨੇ, ਇੰਡੀਆ 'ਚ ਹੋ ਰਹੀਆਂ ਨੇ, ਤਾਂ
ਇਸ ਐਂਗਲ ਦੇ ਨਾਲ ਜੇਕਰ ਜਾਂਚਿਆ ਜਾਵੇ ਤਾਂ ਹੋ ਸਕਦਾ ਕਿ ਬਿਲਕੁਲ ਹੋ ਇਹ ਵੀ ਸਕਦਾ। ਚੀਜ਼ ਹੋ ਸਕਦੀ, ਐਂਟੀ ਗੈਂਗਸ ਨੇ ਇੱਕ ਦੂਸਰੇ ਬਿਲਕੁਲ, ਤੇ ਬਿਲਕੁਲ, ਅਟੈਕ ਦੇਖੋ, ਹੋ ਸਕਦੇ ਆ। ਕਿਉਂਕਿ ਗੈਂਗ ਮੈਂਬਰਸ ਦਾ ਧਰਮ ਹੁੰਦਾ ਹੈ, ਉਹਨਾਂ ਦਾ ਦੂਸਰੇ ਗੈਂਗਸ ਨਾਲ ਕੋਈ ਲੈਣਾ ਦੇਣਾ ਨਹੀਂ, ਕੋਈ ਸੰਬੰਧ ਨਹੀਂ। ਹਰ ਕੋਈ ਚਾਹੁੰਦਾ ਹੈ ਕਿ ਅਗਰ ਮੇਰੇ ਕੋਲ ਪਾਰ ਹੈ ਮੈਂ ਉਹਨੂੰ ਐਕਸਪਲੋਇਟ ਕਰਾਂ, ਉਹਦਾ ਐਸੇ ਤਰੀਕੇ ਨਾਲ ਯੂਜ਼ ਕਰਾਂ ਕਿ ਉਸ ਏਰੀਆ ਵਿੱਚ ਮੇਰਾ ਹੀ ਨਾਮ ਬੋਲੇ, ਕਿ ਮੇਰੀ ਹੀ ਉਹਦੇ ਵਿੱਚ ਦਹਿਸ਼ਤ ਰਹੇ। ਬਿਲਕੁਲ ਇਸ ਕਰਕੇ ਉਹ ਪੁਲਿਸ ਆਫੀਸਰ ਵੀ ਜੋ ਗੈਂਗ ਵਾਰ ਦਾ ਐਂਗਲ ਹੈ, ਖੁਸ਼ਬੂ ਜੀ ਨੇ ਦੱਸਿਆ, ਉਸ ਨੂੰ ਵੀ ਖੰਗਾਲ ਰਹੇ ਨੇ। ਨਾਲ ਦੇ ਨਾਲ ਸੀਸੀਟੀਵੀ ਫੁਟੇਜ ਹਲੇ ਤੱਕ ਜਨਤਕ ਕਿਉਂ ਨਹੀਂ ਕੀਤੀ? ਕਿਉਂਕਿ ਹਾਊਸ ਆਫ ਕਾਮਨਸ ਵਿੱਚ ਜਸਟਿਨ ਟਰੂਡੋ ਦਾ ਇਹ ਕਹਿਣਾ ਕਿ ਭਾਰਤ ਸਾਡੇ ਨਾਲ ਪਾਰਦਰਸ਼ਤਾ ਲੈ ਕੇ ਆਵੇ, ਤਾਂ ਉਸ ਤੋਂ ਬਾਅਦ ਉਹ ਸਬੂਤ, ਜਿਹੜੇ ਸਬੂਤਾਂ ਦੀ ਗੱਲ ਜਸਟਿਨ ਟਰੂਡੋ ਕਰਦੇ ਨੇ, ਕੈਨੇਡਾ ਦੇ ਪ੍ਰਧਾਨ ਮੰਤਰੀ ਜਿਹੜੇ ਸਬੂਤਾਂ ਦੀ ਗੱਲ ਕਰਦੇ ਨੇ, ਉਹ ਸਬੂਤ ਹਲੇ ਤੱਕ ਜਨਤਕ ਕਿਉਂ ਨਹੀਂ ਕੀਤੇ ਗਏ? ਭਾਰਤ ਸਰਕਾਰ ਨੂੰ ਉਹ ਸਬੂਤ ਕਿਉਂ ਨਹੀਂ ਦਿੱਤੇ ਗਏ? ਜੇਕਰ ਮੈਂ ਸਾਹਮਣੇ ਵਾਲੇ ਬੰਦੇ ਤੇ ਸਿਰਫ ਇਲਜ਼ਾਮ ਲਾਈ ਜਾਵਾਂ ਤੇ ਮੇਰੀ ਜੋ ਇਲਜ਼ਾਮਾਤ ਦਾ ਬੇਸ ਹੈ, ਜੋ ਫਾਊਂਡੇਸ਼ਨ ਹੈ, ਉਹ ਦਿਖਾਵਾਂ ਨਾ ਕਿ ਆ ਮੇਰੇ ਕੋਲ ਸਬੂਤ ਨੇ, ਮੈਂ ਇਹਨਾਂ ਸਬੂਤਾਂ ਦੇ ਬਿਨਾਂ ਤੇ ਤੁਹਾਡੇ ਤੇ ਇਲਜ਼ਾਮ ਲਾ ਰਿਹਾ, ਤਾਂ ਹੀ ਸਾਹਮਣੇ ਵਾਲਾ ਬੰਦਾ ਆਪਣੀ ਗੱਲ ਜਸਟੀਫਾਈ ਕਰ ਸਕਦਾ। ਹੁਣ ਕੈਨੇਡਾ ਦੇ ਜੋ ਨਾਗਰਿਕ ਨੇ ਉਹਨਾਂ ਦਾ ਵੀਜ਼ਾ ਰੋਕ ਦਿੱਤਾ ਗਿਆ, ਦੋਵੇਂ ਮੁਲਕਾਂ ਨੇ ਆਪਣੇ ਆਪਣੇ ਡੈਲੀਗੇਟਸ ਨੂੰ ਵਾਪਸ ਭੇਜ ਦਿੱਤਾ ਕਿ ਤੁਸੀਂ ਵਾਪਸ ਬੁਲਾ ਲਓ। ਇਸ ਦਾ ਡਰਾਸਟਿਕ ਇਫੈਕਟ ਭਾਰਤ ਨੂੰ ਨਹੀਂ ਪੈਣਾ, ਕਿਉਂ? ਭਾਰਤ ਇਜ਼ ਐਨ ਅਪਰਾਈਜ਼ਿੰਗ ਫੋਰਸ। ਬਿਲਕੁਲ ਉਹਦਾ ਕੁਝ ਨਹੀਂ ਵਿਗੜ ਜਾਣਾ, ਵਿਗੜਨਾ ਇੱਥੇ ਹੈਗਾ ਕੈਨੇਡਾ ਦਾ, ਉਹਨਾਂ ਦੇ ਪ੍ਰਧਾਨ ਮੰਤਰੀ ਦਾ ਤੇ ਕੈਨੇਡਾ ਦੀ ਅਰਥ ਵਿਵਸਥਾ ਦਾ। ਜਿੰਨੀ ਕੈਨੇਡਾ ਦੀ ਇਕਨੋਮੀ ਹੈ ਉਸ ਦਾ 30 ਤੋਂ 35% ਆਊਟਸਾਈਡ ਵਰਲਡ ਤੋਂ ਆਉਂਦਾ, ਯਾਨੀ ਫੋਰਨ ਐਕਸਚੇਂਜ ਤੋਂ ਆਉਂਦਾ, ਜਿਹੜੇ ਲੋਕ ਇੱਥੋਂ ਪੜਨ ਜਾਂਦੇ ਨੇ। ਹੁਣ ਪੰਜਾਬ ਦਾ ਸ਼ਾਇਦ ਹੀ ਕੋਈ ਘਰ ਹੋਵੇ ਜਿਸ ਵਿੱਚ ਬੱਚਾ ਜਦੋਂ ਪੈਦਾ ਹੁੰਦਾ ਹੈ ਉਸ ਅੱਖਾਂ ਖੋਲਦਾ, ਇੱਕ ਅੱਖ ਉਹਦੀ ਭਾਰਤ ਚ ਖੁੱਲਦੀ ਹੈ, ਅੱਖ ਕੈਨੇਡਾ ਚ ਖੁੱਲਦੀ ਹੈ। ਬਿਲਕੁਲ ਉਹ ਇਹ ਕਹਿੰਦਾ ਮੈਂ ਜਾਣਾ ਤੇ ਮੈਂ ਕੈਨੇਡਾ ਚ ਜਾਣਾ। ਇਸ ਕਰਕੇ ਬਹੁਤ ਲੋਕ ਕੀਤੀ, ਆਇਲਸ ਕੀਤੀ, ਚੱਲ ਕੈਨੇਡਾ, ਬਹੁਤ ਲੋਕ ਜਾਂਦੇ ਨੇ। 30 ਤੋਂ 40% ਉਹਦਾ ਜਿਹੜਾ 35% ਦਾ ਕੁਝ ਹਿੱਸਾ, ਮੈਜੋਰਿਟੀ ਹਿੱਸਾ ਇੰਡੀਆ ਤੋਂ ਆਉਂਦਾ ਹੈ, ਜਿਹੜੇ ਲੋਕ ਆ ਕੇ ਫੋਰਨ ਐਕਸਚੇਂਜ, ਫੋਰਨ ਸਟੂਡੈਂਟਸ ਪੜ੍ਹਦੇ ਨੇ, ਕੈਨੇਡਾ ਦੀ ਇਕਨੋਮੀ ਵਿੱਚ ਵਾਧਾ ਕਰਦੇ ਨੇ। ਇਸ ਕਰਕੇ ਇਸ ਪੂਰੇ ਮਾਮਲਾ ਬੈਕਫਾਇਰ ਹੋ ਸਕਦਾ ਜਸਟਿਨ ਟਰੂਡੋ ਤੇ। ਬਿਲਕੁਲ। ਪਰ ਹੁਣ ਜਿਹੜੇ ਸਵਾਲ ਉੱਠਦੇ ਨੇ ਉਹ ਇਹ ਪਹਿਲੂ ਤੇ ਉੱਠਦੇ ਨੇ ਕਿ ਜੇਕਰ ਵਾਕਈ ਕੋਈ ਸਬੂਤ ਨੇ ਜਸਟਿਨ ਟਰੂਡੋ ਕੋਲ, ਉਹ ਹਲੇ ਤੱਕ ਜਨਤਕ ਕਿਉਂ ਨਹੀਂ ਕੀਤੇ ਗਏ? ਦੂਸਰਾ, ਇੰਨਾ ਸਮਾਂ ਹੋ ਗਿਆ, 4 ਮਹੀਨੇ ਹੋ ਗਏ ਨੇ, ਥੋੜਾ ਟਾਈਮ ਨਹੀਂ ਹੁੰਦਾ ਇੱਕ ਕੈਨੇਡੀਅਨ ਜੇ, ਕਿਉਂਕਿ ਇੱਕ ਸਰਕਾਰ ਨੇ ਕਿਹਾ ਹੈ ਕਿ ਫੋਰਨ ਕੰਟਰੀ ਦੀ ਇਨਫਲੂਐਂਸ ਸੀ ਸਾਡੀ ਸੋਇਲ ਤੇ ਆ ਕੇ, ਉਹਨਾਂ ਨੇ ਇੱਕ ਬੰਦਾ ਮਰਵਾਇਆ। ਇਸ ਚੀਜ਼ ਨੂੰ ਜਲਦੀ ਜਾਂਚ ਹੋਣੀ ਚਾਹੀਦੀ, ਪ੍ਰਾਇੋਰਿਟੀ ਦੇਣੀ ਚਾਹੀਦੀ ਹੈ, ਪ੍ਰਾਇੋਰਿਟੀ ਦੇਣੀ ਚਾਹੀਦੀ ਹੈ, ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਕਿ ਮਾਮਲਾ 4 ਮਹੀਨੇ ਹੋ ਗਏ ਨੇ ਹਲੇ ਤੱਕ ਸੋਲਵ ਕਿਉਂ ਨਹੀਂ ਹੋਇਆ? ਕਿਉਂ? ਅਮਰੀਕਾ ਦਾ ਇੱਕ ਵਾਸ਼ਿੰਗਟਨ ਪੋਸਟ ਨਾਮ ਦਾ ਅਖਬਾਰ ਕਹਿੰਦਾ ਹੈ ਕਿ ਕੈਨੇਡਾ ਦੀ ਪੁਲਿਸ ਕੋਲ ਸੀਸੀਟੀਵੀ ਆ, ਉਹ ਹਲੇ ਤੱਕ ਕਿਉਂ ਨਹੀਂ ਦਿਖਾਏ ਗਏ? ਟਰੂਡੋ ਸਾਹਿਬ ਨੇ ਹਾਊਸ ਆਫ ਕਾਮਨਸ ਵਿੱਚ ਤਾਂ ਕਹਿਤਾ ਸੀ ਕਿ ਸਾਡੇ ਕੋਲ ਸਬੂਤ ਨੇ, ਉਹਨਾਂ ਨੇ ਉਹ ਸੀਸੀਟੀਵੀ ਹਾਊਸ ਆਫ ਕਾਮਨ ਵਿੱਚ ਹੀ ਪਬਲਿਕ ਕਿਉਂ ਨਹੀਂ ਕੀਤੀ? ਜਿਹੜਾ ਸਭ ਤੋਂ ਇੰਪੋਰਟੈਂਟ ਸਵਾਲ ਹੈ ਉਹ ਇਹ ਹੈ ਕਿ ਕੀ ਪੋਲੀਟੀਕਲ ਪ੍ਰੈਸ਼ਰ ਇਸ ਮਾਮਲੇ ਵਿੱਚ ਕਿਤੇ ਨਾ ਕਿਤੇ ਆ ਸਕਦਾ ਹੈ? ਕਿਉਂਕਿ ਹਾਲੇ ਗਠਬੰਧਨ ਦੀ ਸਰਕਾਰ ਹੈ, ਜਿਹੜੇ ਜਗਮੀਤ ਸਿੰਘ ਨੇ, ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ, ਉਹਨਾਂ ਦਾ ਸਾਥ ਹੈ ਕਿ ਕੈਨੇਡਾ ਦੀ ਲਿਬਰਲ ਪਾਰਟੀ ਆਫ ਕੈਨੇਡਾ ਨੂੰ, ਜਿਹਦੇ ਪ੍ਰਧਾਨ ਜਸਟਿਨ ਟਰੂਡੋ ਨੇ, ਉਹਨਾਂ ਦਾ ਸਾਥ ਹੈ ਜਗਮੀਤ ਸਿੰਘ ਦਾ ਸਾਥ ਹੈ ਜਸਟਿਨ ਟਰੂਡੋ ਨੂੰ, ਜਿਸ ਕਰਕੇ ਇਸ ਵੇਲੇ ਦੀ ਸਰਕਾਰ ਜੋ ਹੈ ਉਹ ਟਿਕੀ ਹੋਈ ਹੈ। ਜੇਕਰ ਜਸਟਿਨ ਟਰੂਡੋ ਦਾ ਕੱਲ ਨੂੰ ਮਨ ਬਦਲ ਜਾਵੇ ਤਾਂ ਇੱਕ ਪਾਸਾ ਉਹ ਕਹਿਣ ਕਿ ਮੈਂ ਜੀ ਮਾਫੀ ਮੰਗਦਾ, ਜਾਂ ਮੈਂ ਇਹ ਜਿਹੜੇ ਮੇਰੇ ਮੁੱਦੇ ਨੇ ਇਹਨਾਂ ਨੂੰ ਅਸੀਂ ਹੁਣ ਭੁੱਲ ਜਾਣਾ ਚਾਹੀਦਾ, ਸ਼ਾਇਦ ਇਹ ਸਰਕਾਰ 2 ਦਿਨ ਨਾ ਟਿਕੇ। ਕਿਉਂਕਿ ਬਹੁਤ ਜਿਹੜੇ ਜਗਮੀਤ ਸਿੰਘ ਨੇ, ਉਹਨਾਂ ਦੀਆਂ ਕਈ ਅਜਿਹੀਆਂ ਵੀਡੀਓਜ਼, ਕਈ ਅਜਿਹੀ ਕਲਿੱਪਸ, ਉਹਨਾਂ ਦੀ ਰਾਈਟਿੰਗਸ ਅਵੇਲੇਬਲ ਨੇ ਸੋਸ਼ਲ ਮੀਡੀਆ ਤੇ, ਜਿਸ ਵਿੱਚ ਉਹ ਸਿੰਪਥਾਈਜ਼ ਕਰ ਰਹੇ ਨੇ, ਉਹਨਾਂ ਲੋਕਾਂ ਦਾ ਸਮਰਥਨ ਕਰ ਰਹੇ ਨੇ ਜਿਹੜੀ ਭਾਰਤ ਖਿਲਾਫ ਵੱਖਵਾਦੀ ਸੋਚ ਰੱਖਦੇ ਨੇ। ਇਸ ਕਰਕੇ ਇਹ ਮੁੱਦੇ ਨੂੰ ਸਿਰਫ ਇੱਕ ਰਿਪੋਰਟ ਵਿੱਚ, ਇੱਕ ਅਖਬਾਰ ਦੀ ਰਿਪੋਰਟ ਵਿੱਚ ਇਹਦੀ ਸਮੀਖਿਆ ਕਰ ਦੇਣੀ, ਜਾਂ ਸਿਰਫ ਸਾਡੇ ਗੱਲਬਾਤ ਕਰਨਾ ਇਸ ਮੁੱਦੇ ਦਾ ਹੱਲ ਨਹੀਂ ਨਿਕਲਣਾ। ਦੋਵੇਂ ਮੁਲਕਾਂ ਦੇ ਡੈਲੀਗੇਟਸ ਨੂੰ, ਫੋਰਨ ਮਿਨਿਸਟਰਸ ਨੂੰ ਖਾਸ ਤੌਰ ਤੇ ਇਸ ਮਾਮਲੇ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ ਕਿ ਜੇਕਰ ਪਹਿਲੀ ਗੱਲ ਸੀਸੀਟੀਵੀ ਫੁਟੇਜ ਹੈ ਉਸ ਨੂੰ ਜਨਤਾ ਕੀਤਾ ਜਾਵੇ, ਮਤਲਬ ਪ੍ਰੂਫਸ ਜਿਹੜੇ ਪ੍ਰੂਫ ਦੀ ਗੱਲ ਹੋਈ ਉਹ ਵਾਲੇ ਪ੍ਰੂਫ ਸਾਹਮਣੇ ਰੱਖਣੇ ਚਾਹੀਦੇ ਨੇ, ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਗੱਲ ਹੈ ਤਾਂ ਸਾਰਿਆਂ ਨੂੰ ਕਲੈਰੀਫਾਈ ਕਰਨਾ ਚਾਹੀਦਾ, ਸਭ ਦੇ ਸਾਹਮਣੇ ਹੋਣਾ ਚਾਹੀਦਾ ਕਿ ਆਖਰ ਹੋਇਆ ਕੀ ਸੀ, ਇਲਜ਼ਾਮ ਕਿਉਂ ਲੱਗੇ, ਜੇ ਇਲਜ਼ਾਮ ਲਗਾਉਣਾ ਗਲਤੀ ਵੀ ਸੀ ਤਾਂ ਉਸ ਤੋਂ ਬਾਅਦ ਹੁਣ ਕੀ ਕੀਤਾ ਜਾਏ। ਬਿਲਕੁਲ, ਇਸ ਮਾਮਲੇ ਵਿੱਚ ਜਸਟਿਨ ਟਰੂਡੋ ਵੱਲੋਂ ਵੀ ਪਾਰਦਰਸ਼ਤਾ ਚਾਹੀਦੀ ਹੈ, ਜਿਹੜੀ ਗੱਲ ਉਹ ਭਾਰਤ ਸਰਕਾਰ ਨੂੰ ਕਹਿੰਦੇ ਨੇ ਕਿ ਉਹ ਜਾਂ ਤਾਂ ਫੁਟੇਜ, ਉਹ ਸਬੂਤ ਜਨਤਕ ਕਰਨ, ਜਨਤਕ ਨਹੀਂ ਕਰ ਸਕਦੇ, ਐਟਲੀਸਟ ਭਾਰਤ ਸਰਕਾਰ ਨਾਲ ਸਾਂਝੇ ਜ਼ਰੂਰ ਕਰਨ ਕਿ ਇਹਨਾਂ ਚੀਜ਼ਾਂ ਦੇ ਆਧਾਰ ਤੇ ਅਸੀਂ ਤੁਹਾਡੇ ਨਾਲ ਇੱਕ ਗੱਲਬਾਤ ਕਰਨੀ ਚਾਹੁੰਦੇ ਹਾਂ, ਇਹ ਪੂਰਾ ਮਸਲਾ। ਤੇ ਜੇਕਰ ਉਹਨਾਂ ਕੋਲ ਸਬੂਤ ਨਹੀਂ ਨੇ ਤਾਂ ਜਸਟਿਨ ਟਰੂਡੋ ਜਾਂ ਫਿਰ ਜਿਸ ਆਵਾਜ਼ ਵਿੱਚ, ਜਿਸ ਲਹਿਜ਼ੇ ਵਿੱਚ ਉਹਨਾਂ ਨੇ ਹਾਊਸ ਆਫ ਕਾਮਨ ਵਿੱਚ ਭਾਰਤ ਦੀ ਖੁਫੀਆ ਏਜੰਸੀਆਂ ਤੇ ਇਲਜ਼ਾਮ ਲਾਏ ਸਨ, ਸ਼ਾਇਦ ਜੇ ਉਸੇ ਹਾਊਸ ਆਫ ਕਾਮਨ ਵਿੱਚ ਇਹ ਗੱਲ ਨੂੰ ਅਸੀਂ ਕਹਿ ਸਕਦੇ ਹਾਂ ਮਿੱਟੀ ਪਾ ਦੇਣ, ਜਾਂ ਫਿਰ ਇੱਕ ਸਟੈਪ ਪਿੱਛੇ ਲੈ ਲੈਣ ਕਿ ਹਲੇ ਤੱਕ ਕੋਈ ਸਬੂਤ ਜਨਤਕ ਨਹੀਂ ਹੈਗੇ। ਇਸ ਕਰਕੇ ਅਸੀਂ ਭਾਰਤ ਸਰਕਾਰ ਨਾਲ ਇਸ ਗੱਲ ਨੂੰ ਇੱਥੇ ਖਤਮ ਕਰਨਾ ਚਾਹੁੰਦੇ ਹਾਂ। ਬਿਲਕੁਲ, ਪਰ ਰਿਸ਼ਭ ਸਵਾਲ ਫਿਰ ਵੀ ਉੱਥੇ ਹੀ ਖੜਾ ਆ, ਜੋ ਪ੍ਰਧਾਨ ਮੰਤਰੀ ਨੇ ਉਹ ਇਲਜ਼ਾਮ ਲਗਾ ਰਹੇ ਨੇ, ਪੁਲਿਸ ਕਹਿ ਰਹੀ ਹੈ ਕੋਈ ਸਬੂਤ ਨਹੀਂ ਹੈਗਾ, ਤਾਂ ਸਵਾਲ ਉੱਥੇ ਦਾ ਉੱਥੇ ਹੀ ਖੜਾ ਕਿ ਆਖਰ ਇਸ ਦੇ ਵਿੱਚ
ਕੀ ਸੱਚਾ ਰਹਿ ਕੌਣ? ਗਿਆ, ਸੱਚਾ ਕੌਣ ਸੱਚਾ ਆ ਕੌਣ ਆਖਰ ਹੈ? ਇਸ ਦੇ ਵਿੱਚ ਕਿ ਮਤਲਬ ਹੁਣ ਇਹ ਚੀਜ਼ ਆ ਜਾਂਦੀ ਕਿ ਹੁਣ ਦੇਖਣਾ ਹੋਏਗਾ ਕਿ ਜਿਸ ਤਰੀਕੇ ਦੇ ਨਾਲ ਆ ਰਿਪੋਰਟ ਸਾਹਮਣੇ ਆਈ ਹੈ, ਜਿੱਦਾਂ ਸਾਡੇ ਤੱਕ ਪਹੁੰਚੀ ਹੈ ਉਦਾਂ ਹੀ ਇੰਟਰਨੈਸ਼ਨਲ ਲੈਵਲ ਤੇ ਇਹ ਗੱਲ ਜਾਏਗੀ। ਤਾਂ ਹੁਣ ਦੇਖਣਾ ਹੋਏਗਾ ਕਿ ਇਸ ਤੋਂ ਬਾਅਦ ਜਸਟਿਨ ਟਰੂਡੋ ਦਾ ਕੀ ਰਿਐਕਸ਼ਨ ਸਾਹਮਣੇ ਆਉਂਦਾ, ਜਾਂ ਟਰੂਡੋ ਇਸ ਤੇ ਕੀ ਕਹਿੰਦੇ ਨੇ ਕਿ ਕਿਉਂ ਉਹਨਾਂ ਦੇ ਵੱਲੋਂ ਇਦਾਂ ਕਿਹਾ ਗਿਆ, ਤੇ ਪੁਲਿਸ ਜੋ ਜਾਂਚ ਕਰ ਰਹੀ ਹੈ, ਜਿਨ੍ਹਾਂ ਦੇ ਕੋਲ ਸਾਰੇ ਪ੍ਰੂਫ ਨੇ, ਸਭ ਕੁਝ ਹੈ, ਉਹ ਇਸ ਮਾਮਲੇ ਦੇ ਵਿੱਚ ਕੀ ਕਹਿੰਦੇ ਨੇ। ਜੀ ਹਾਂ, ਬਿਲਕੁਲ। ਹੁਣ ਅਖੀਰ ਵਿੱਚ ਸਿਰਫ ਇਹੀ ਕਹਿਣਾ ਬਾਕੀ ਹੈ ਕਿ ਇਸ ਪੂਰੇ ਮਾਮਲੇ ਵਿੱਚ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੇ ਖਿਲਾਫ ਬੋਲਦੇ ਨੇ, ਉੱਥੇ ਹੀ ਕੈਨੇਡੀਅਨ ਪੁਲਿਸ ਕਹਿੰਦੀ ਹੈ ਕਿ ਹਾਲੇ ਤੱਕ ਅਸੀਂ 4 ਮਹੀਨੇ ਵਿੱਚ ਕੋਈ ਪੁਖਤਾ ਸਬੂਤ ਹਾਸਲ ਨਹੀਂ ਕਰ ਪਾਏ। ਹੁਣ ਅਖੀਰ ਇੱਥੇ ਗੱਲ ਮੁੱਕਦੀ ਹੈ ਕਿ ਇਸ ਮਾਮਲੇ ਵਿੱਚ ਸੱਚਾ ਕੌਣ ਹੈ, ਜਸਟਿਨ ਟਰੂਡੋ ਜਾਂ ਕੈਨੇਡਾ ਦੀ ਪੁਲਿਸ।